वो मर्दा दी बेइज्जती ना करो यार सही। तो मैं मर्द नहीं ना, मैं मुंडा टाइप ना छोटा जिहा स्टाकिंग मर्दा है। जर्नी स्टार्ट कहां से? मेरी मजबूरी पंजाबी बोल एडा तू कराची दा मेमन मामा अम्मी दा ते अबू दा आपस च टीम नाल भी राबता चल रहा करने कुछ। ओ भाई टेंशन नहीं लेनी यार, शादी दा एक्सपीरियंस कैसा रहा यार? यार सवाल पूछने के क्यों ना आन लगे हो? यार वायरल होने दी की ट्रिक है? बिल्कुल सच बोलना, झूठ नहीं बोलना। वायरल होने दी 2-3 स्टेप्स ने ते सिंपल जी ट्रिक है। तो अगो ਤੁਹਾਡੇ ਕੀ ਗੋਲ? ਮੇਰੇ ਗੋਲ ਨਹੀਂ ਹੈ, ਮੇਰੇ ਲੰਬੇ ਨੇ ਅਸਲ ਵਿੱਚ। ਪਹਿਲਾਂ ਕਦੀ ਮੈਂ ਟਿਕਟੋਕ ਬਣਾ ਲਈ, ਉਹ ਨੱਚਣ ਟੱਪਣ ਵਾਲੀ ਗੇ ਵਾਲਾ ਕੰਮ ਕਰ ਲਿਆ। ਯਾਰ ਲਵ ਮੈਰਿਜ ਕੀਤੀ ਹੈ ਤੁਸੀਂ ਜਾਂ ਅਰੇਂਜ ਮੈਰਿਜ? ਤੁਸੀਂ ਦੱਸਿਆ ਨਹੀਂ ਹੈ, ਉਹ ਆਮ ਨੂੰ ਥੋੜਾ ਕਨਫਿਊਜ਼ ਰੱਖਿਆ ਹੋਇਆ ਹੈ। ਪ੍ਰੋਪਰ 8 ਸਾਲ ਜਿਹੜਾ ਨਾ ਰਿਲੇਸ਼ਨ ਚੱਲਿਆ ਹੈ, ਫਿਰ ਧੱਕੇ ਟੁੱਡੇ ਚਪੇੜਾ ਮੁੱਕੇ ਬੜਾ ਮਜ਼ਾ ਆਉਂਦਾ ਹੈ। ਹਲਾਲ ਰਿਸ਼ਤਾ ਕੋਈ ਇੱਕ ਅਰੇਂਜ ਮੈਰਿਜ ਕਰਾਂਗੇ, ਉਹ ਵੀ ਤੁਹਾਨੂੰ ਦੱਸਾਂਗੇ। ਮੈਂ 8 ਕਰਕੇ 4 ਮੈਂ ਕਰਾਂਗਾ, ਪਿੱਛੋਂ ਇੱਕ ਡਿਲੀਟ ਕਰ ਦਿਆਂ। ਮੈਂ ਗਲਤ ਕਮਾਂ ਕਈ ਵਾਰੀ ਮਜ਼ਾ ਵੀ ਆਉਂਦਾ। ਇਹਨਾਂ ਦਾ ਮੁੰਡਾ ਤੇ ਅੱਧੇ ਬੰਦੇ ਸਾਥ ਸਮਝਦੇ ਨੇ, ਮੈਨੂੰ ਕਹਿੰਦੇ ਤੂੰ ਆਪਣੇ ਮਾਮਿਆਂ ਨੂੰ ਜਿਹੜਾ ਨਾ ਕਿੰਨਾ ਕਿ ਮਾਮੇ ਰਿਸ਼ਤੇ ਭਾਈ ਆ ਸਾਰਾ ਕੰਟੈਂਟ ਹੈ, ਕਾਪੀ ਪੈਨਸਲ ਹੈ, ਦਿਮਾਗ ਹੈ, ਇਹਦੇ ਨਾਲ ਮੈਂ ਜੋ ਮਰਜ਼ੀ ਸੋਚਣਾ, ਜੋ ਮਰਜ਼ੀ ਬਣਾਉਣਾ, ਜੋ ਮਰਜ਼ੀ ਕਹਿ ਦੇਣਾ। ਮੇਰੇ ਮੋਢੇ ਵੀ ਡਿੰਗੇ ਨੇ, ਉੱਚੇ ਨਹੀਂ। ਮੈਂ ਪਹਿਲੀ ਵੀਡੀਓ ਭਾਈ ਐਵੇਂ ਰੈਂਡਮ ਮੈਂ ਗੱਡੀ ਦੇ ਵਿੱਚ ਬੈਠਾ, ਬੇਗਮ ਹੈ ਨਾ ਨਾਲ, ਮੋਬਾਈਲ ਨਹੀਂ ਖੋਲ ਸਕਦਾ। ਗੱਲ ਜਿਹੜੀ ਹੈ ਨਾ, ਮੈਂ ਤੁਹਾਡੀ ਬੇਗਮ ਦੇ ਕੋਲ ਲਾਜ਼ਮੀ ਪਛਾਣੀ। अच्छा स्टैंड अप कॉमेडियन बनना चाहना। ओके, अस्सलाम वालेकुम गाइस, वेलकम टू टेक रहनुमा यूट्यूब चैनल। तो आज हमारे साथ मौजूद हैं उमैर हफीज, जिनका आपको पता ही है पंजाबी कंटेंट बनाते हैं और हमारे इलाके के सबसे फेमस आदमी हैं। आज हम उनसे मिलेंगे और उनसे उनकी जर्नी के बारे में पूरा डिटेल से पूछेंगे। फनी पॉडकास्ट होगा और बहुत ही आपको मजा आने वाला है। जी तो उमैर भाई, आप हमारे गाँव के सबसे फेमस कंटेंट क्रिएटर हैं, तो आप हमें बताइए कि आपने अपनी जर्नी स्टार्ट कहाँ से की? ਕਿਸੇ ਵੀ ਚੀਜ਼ ਦੀ ਜਰਨੀ ਜਿਹੜੀ ਹੁੰਦੀ ਨਾ ਸਾਮਾ ਭਾਈ, ਉਹ ਸ਼ੌਕ ਤੇ ਪੈਸ਼ਨ ਨਾਲ ਸਟਾਰਟ ਹੁੰਦੀ ਹੈ। ਤੇ ਮੇਰੀ ਇਹ ਦੋਵਾਂ ਚੀਜ਼ਾਂ ਨਾਲ ਸਟਾਰਟ ਹੋਈ। ਮੇਰੀ ਮਜਬੂਰੀ, ਮੈਂ ਕਿਉਂਕਿ ਪੜ੍ਹਨ ਦੀ ਕੋਸ਼ਿਸ਼ ਕੀਤੀ, ਜਿਹੜੇ ਮੈਨੂੰ ਪੜ੍ਹਾਉਂਦੇ ਨੇ ਉਹਨਾਂ ਨੂੰ ਸਬਕ ਭੁੱਲ ਗਿਆ। ਕਹਿੰਦੇ ਨੇ ਕਿ ਸਾਨੂੰ ਤੇ ਜਿਹੜਾ ਨਾ ਏ ਫॉर ਐਪਲ ਨਹੀਂ, ਏ ਫॉर ਅੱਲਾ ਮਾਫ ਕਰੇ ਕਿਹੜਾ ਬੱਚਾ ਹੈ, ਉਹ ਘਰ ਤੁਰ ਗਏ। ਕੰਮ ਸਿੱਖਣ ਦੀ ਕੋਸ਼ਿਸ਼ ਕੀਤੀ, ਉਸਤਾਦ ਕਹਿੰਦਾ ਸੀ ਦੋਵਾਂ ਚੋਂ ਇੱਕ ਹੀ ਬੰਦਾ ਆਏਗਾ, ਜਾਂ ਤੂੰ ਆਏਗਾ ਜਾਂ ਮੈਂ ਆਵਾਂਗਾ, ਮੈਂ ਨਹੀਂ ਤੈਨੂੰ ਕੰਮ ਸਿਖਾ ਸਕਦਾ। ਮਜਬੂਰੀ ਦੇ ਵਿੱਚ ਜਦੋਂ ਮੇਰੇ ਕੋਲ ਕੁਝ ਨਹੀਂ ਬਣਿਆ, ਤੇ ਫਿਰ ਮੈਂ ਜਿਹੜਾ ਨਾ ਵੀਡੀਓ ਬਣਾਉਣ ਲੱਗ ਪਿਆ। ਮੈਂ ਚਲੋ ਕੋਈ ਦੇ ਕੰਮ ਕਰਵਾਉਣਾ, ਕੀ ਸਮਝਦੇ ਹੋ? ठीक हो गया। ਤੇ ਇਸ ਤੋਂ ਪਹਿਲਾਂ ਕਿ ਤੂੰ ਮੇਰੇ ਨਾਲ ਅੱਗੋਂ ਕੁਐਸਚਨ ਕਰੇ, ਮੇਰੀ ਇੱਕ ਗੱਲ ਸੁਣ। ਗੁਜਰਾਂ ਦਾ ਬਾਲ ਏਡਾ ਉਰਦੂ ਨਾਲ ਮੇਰੇ ਨਾਲ ਗੱਲ ਕਰ, ਪੰਜਾਬੀ ਬੋਲ ਏਡਾ ਤੂੰ ਕਰਾਚੀ ਦਾ ਮੇਮਨ ਮਾਮਾ। ਓਕੇ ਹੋ ਗਿਆ ਜਨਾਬ। ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜਾ ਨਾ ਆਪਣੇ ਅੱਬੇ ਨੂੰ ਬੜੇ ਗੱਲਾਂ ਲਾਉਂਦੇ ਹੋ ਡਾਕਟਰ ਸਾਹਿਬ ਨੂੰ, ਹੁਣ ਦੱਸੋ ਆਪਸ ਵਿੱਚ ਰਿਸ਼ਤਾ ਕੈਸਾ ਹੈ? ਪਿਓ ਪੁੱਤਰ ਦਾ ਜਿਹੜਾ ਰਿਸ਼ਤਾ ਹੁੰਦਾ ਨਾ, ਇਹ ਬੜਾ ਅਜ਼ੀਮ ਰਿਸ਼ਤਾ ਹੁੰਦਾ। ਸਾਡਾ ਅਜ਼ੀਮ ਨਹੀਂ ਹੈ, ਸਾਡਾ ਵਸੀਮ ਹੈ। ਮੈਂ ਦੱਸਣਾ, ਮੇਰੇ ਅੱਬੂ ਮੇਰੇ ਤੋਂ ਬੜਾ ਤੰਗ ਨੇ, ਮੈਨੂੰ ਘਰੋਂ ਕੱਢਣਾ ਚਾਹੁੰਦੇ ਨੇ, ਤੇ ਮੈਂ ਵੀ ਆਪਣੇ ਅੱਬੂ ਨੂੰ ਘਰੋਂ ਕੱਢਣਾ ਚਾਹੁੰਦਾ। ਉਹ ਤਾਂ ਨਹੀਂ ਕੱਢਦੇ ਆ ਕਿ ਦੁਨੀਆਦਾਰੀ ਹੈ, ਮੈਂ ਨਾਲ ਨਹੀਂ ਕੱਢਦਾ ਕਿ ਘਰ ਉਹਨਾਂ ਦਾ ਇੱਕ, ਤੇ ਦੂਜਾ ਆਪਣੀ ਅੰਮੀ ਦੀ ਵਜ੍ਹਾ ਤੋਂ। ਅੰਮੀ ਦਾ ਤੇ ਅੱਬੂ ਦਾ ਆਪਸ 'ਚ ਗਲਤ ਇਸ਼ਾਰਾ ਹੋ ਗਿਆ। ਅੰਮੀ ਦਾ ਤੇ ਅੱਬੂ ਦਾ ਆਪਸ 'ਚ ਜਿਹੜਾ ਨਾ ਰਿਲੇਸ਼ਨਸ਼ਿਪ ਹੈ, ਉਹਨਾਂ ਦਾ ਕੋਈ ਰਿਸ਼ਤਾ ਹੈ, ਕਦਨ ਕੁਦਨ ਲੱਗਦੇ ਨੇ। ਬਾਬਾ 28 ਸਾਲ ਹੋ ਗਏ ਨੇ ਇਕੱਠੇ ਰਹਿਣ ਦੇ ਨੇ, ਤੇ ਤਾਂ ਵਾਸਤੇ ਜਿਹੜਾ ਨਾ ਇੱਕ ਦੂਜੇ ਨੂੰ ਘਰੋਂ ਨਹੀਂ ਕੱਢ ਰਹੇ, ਤੇ ਰਿਸ਼ਤਾ ਬਸ ਐਂ ਜੀ ਚੱਲ ਰਿਹਾ, ਰਦਾਮ ਟਾਈਮ ਨਾ ਕਰੇ। ਅੱਛਾ ਤੇ ਯਾਰ ਉਮੈਰ, ਹਲੇ ਤੇ ਤੂੰ ਵਿਆਹ ਕਰਾਇਆ ਹੈ, ਠੀਕ ਹੈ, ਤੇ ਕੱਲ ਨੂੰ ਤੂੰ ਚੱਲਾਂਗੀ ਹੈ ਦੁਬਈ, ਤੇ ਦਿਲ ਲੱਗ ਜਾਏਗਾ ਤੇਰਾ ਵੀ ਤੇ ਜੀਆਂ ਦਾ ਵੀ। ਫਿਲੋ ਤੂੰ ਇਨਸਾਨੀ ਤਰੀਕ ਚੁੱਕ ਕੇ ਵੇਖ ਲੈ, ਮਰਦਾਂ ਨੇ ਵੱਡੇ ਵੱਡੇ ਕੰਮ ਕੀਤੇ ਨੇ, ਚਿੱਲੇ ਕੱਟੇ, ਜੰਗਾਂ ਲੜੀਆਂ, ਪਹਾੜ ਚੜੇ, ਦਿਲ ਲੱਗਣਾ ਤੇ ਛੋਟੀ ਗੱਲ ਏ। ਇਹ ਤੇ ਹੋ ਗਈ ਨਾ ਮਰਦਾਂ ਦੀ ਗੱਲ। ਮੈਂ ਸੋਚ ਕੇ ਮੈਨੂੰ ਜਿਹੜਾ ਠੰਡ ਲੱਗਣ ਲੱਗ ਪਈ, ਕਿਉਂਕਿ ਇੱਥੇ ਤੇ ਬੇਗਮ ਜੀ ਇਹਦੇ ਵਿੱਚ ਗਰਮ ਬਿਸਤਰੇ ਲੈ ਕੇ, ਗਰਮ ਬਿਸਤਰੇ 'ਚ ਪਾਉਂਦੀ, ਰੋਟੀ ਖਵਾਉਂਦੀ, ਮੇਰੀ ਖਿਦਮਤ ਕਰਦੀ। ਮੈਂ ਬਹੁਤ ਠਰਿਆ ਵਾ, ਬਹੁਤ ਡਰਿਆ, ਬਹੁਤ ਟੈਨਸ਼ਨ 'ਚ, ਪਤਾ ਨਹੀਂ ਦਿਲ ਲੱਗਣਾ ਕੀ ਹੋਣਾ, ਨਹੀਂ ਸਮਝ ਆ ਰਹੀ ਆ। ਯਾਰ ਇੰਜ ਨਾ ਕੋ, ਮਰਦਾਂ ਦੀ ਬੇਇੱਜ਼ਤੀ ਨਾ ਕਰੋ ਯਾਰ ਸਹੀ। ਮੈਂ ਮਰਦ ਨਹੀਂ ਨਾ, ਮੈਂ ਮੁੰਡਾ ਟਾਈਪ ਨਾ ਛੋਟਾ ਜਿਹਾ ਸਟਾਕਿੰਗ ਮਰਦਾ ਹੈ। ਨਹੀਂ ਯਾਰ, ਹਲੇ ਮੈਂ ਹੋਵਾਂਗਾ ਮਰਦ, ਹੌਲੀ ਹੌਲੀ ਸਲੋਲੀ। ਚਲੋ ਅੱਲਾਹ ਪਾਕ ਤੁਹਾਨੂੰ ਮਰਦ ਬਣਾਏ ਸਰ, ਇਹੀ ਦੁਆ ਹੈ ਸਾਡੀ ਤੇ। ਅੱਲਾਹ ਪਾਕ ਵੀ ਤੇ ਹਕੀਮ ਨਾਲ ਵੀ ਰਾਬਤਾ ਚੱਲ ਰਿਹਾ ਕਰਨੇ ਕੁਛ। ਓਕੇ ਹੋ ਗਿਆ ਜਨਾਬ। ਅੱਛਾ ਯਾਰ ਇਹ ਤਾਂ ਦੱਸ, ਆਪਣਾ ਅੱਬੂ ਡਾਕਟਰ ਨੇ? ਵਾਕਈ ਡਾਕਟਰ ਨੇ? ਮਤਲਬ ਵੀਡੀਓ ਤੇ ਕੋਈ ਜਾਂਦਾ ਡਾਕਟਰ ਸਾਹਿਬ, ਉਹ ਵਾਕਈ ਡਾਕਟਰ ਨੇ? ਵਾਕਈ ਡਾਕਟਰ ਨੇ। ਅੱਬੂ ਦਾ ਟੀਕਾ, ਅੱਬੂ ਦੀ ਡਿਗਰੀ ਵਿਖਾ ਦੇ ਤੈਨੂੰ, ਤੈਨੂੰ ਨਹੀਂ ਯਕੀਨ ਹੈ ਤੇ ਯਾਰ ਚਲੋ ਮੰਨ ਲਿਆ ਡਾਕਟਰ ਸਾਹਿਬ ਨੇ, ਤੇ ਹੁਣ ਤੁਸੀਂ ਦੱਸੋ ਤੁਸੀਂ ਕੀ ਸਿੱਖਿਆ ਉਹਨਾਂ? ਅੱਬੂ ਮੇਰੇ ਡਾਕਟਰ ਨੇ, ਤੇ ਮੈਂ ਉਹਨਾਂ ਕੋਲ ਇਹ ਸਿੱਖਿਆ ਕਿ ਮੈਂ ਨਹੀਂ ਡਾਕਟਰ ਬਣਨਾ ਹੈ, ਕਿਉਂਕਿ ਡਾਕਟਰ ਬਣ ਕੇ ਕੱਲ ਨੂੰ ਤੁਸੀਂ ਆਪਣੇ ਬਾਲਾਂ ਤੇ ਵੀ ਪ੍ਰੈਸ਼ਰ ਪਾਉਂਦੇ ਕਿ ਤੂੰ ਵੀ ਡਾਕਟਰ ਬਣ, ਤੂੰ ਵੀ ਡਾਕਟਰ ਬਣ। ਬੱਚਾ ਬਦਲ ਕੇ ਮਰੀਜ਼ ਬਣ ਗਿਆ, ਤੇ ਲੈਣੇ ਦੇ ਦੇਣੇ ਪੈ ਗਏ, ਤੇ ਕੰਮ ਪੁੱਠਾ ਪੈ ਗਿਆ। ਮੈਂ ਇਹ ਸਿੱਖਿਆ ਕਿ ਮੈਂ ਦੌੜ ਜਾਣਾ ਕਰੋ, ਮੈਂ ਮਜ਼ਦੂਰੀਆਂ ਕਰਾਂਗਾ। ਯਾਰ ਲੋਕੀ ਥੋੜਾ ਜਿਹਾ ਫੇਮਸ ਹੁੰਦੇ ਨੇ ਤੇ ਨਾਲ ਹੀ ਉਹ ਪੇਡ ਪ੍ਰਮੋਸ਼ਨ ਸ਼ੁਰੂ ਕਰ ਦਿੰਦੇ ਨੇ, ਪੈਸੇ ਪੂਸੇ ਕਮਾਉਂਦੇ ਨੇ, ਤੇ ਤੁਸੀਂ ਨਹੀਂ ਹਲੇ ਕੁਝ ਕੀਤਾ ਹੈ ਕੋਈ? ਭਾਈ ਮੈਂ ਸੱਚ ਬੋਲਾਂਗਾ, ਗੱਲ ਲੰਬੀ ਨਹੀਂ ਕਰਾਂ, ਖਿੱਚਾਂ ਨਹੀਂ, ਮੇਰੇ ਕੋ ਕਰਾਉਂਦੇ ਨਹੀਂ ਨਾ, ਮੈਨੂੰ ਇਸ ਕਾਬਲ ਨਹੀਂ ਸਮਝਦੇ ਆ ਲੋਕੀ। ਉਹ ਭਾਈ ਟੈਨਸ਼ਨ ਨਹੀਂ ਲੈਣੀ ਯਾਰ, ਇਹ ਸਾਡੇ ਕੋਲ ਅੱਜ ਹੈ ਵੇ ਪ੍ਰੋਡਕਟ ਇੱਕ, ਇਹਨਾਂ ਦੀ ਕਰਨੀ ਹੈ ਤੁਸੀਂ ਪ੍ਰਮੋਸ਼ਨ ਇੱਕ ਕਰ ਲਓਗੇ। ਅੱਛਾ ਯਾਰ ਇੱਕ ਨਾ ਪਰਸਨਲ ਸਵਾਲ ਹੈ, शादी ਦਾ ਐਕਸਪੀਰੀਅੰਸ कैसा ਰਿਹਾ? ਸ਼ਾਦੀ ਦਾ ਐਕਸਪੀਰੀਅੰਸ ਭਾਈ, ਦੇਸੀ ਜੁਆਇੰਟ ਫੈਮਿਲੀ, ਸ਼ਾਦੀ ਕੀਤੀ ਉਹਨਾਂ ਪਹਿਲੇ ਹੱਥ ਸਾਨੂੰ ਜਿਹੜਾ ਉੱਤੇ ਸ਼ਿਫਟ ਕੀਤਾ ਹੈ, ਉੱਤੇ ਗੀਜ਼ਰ ਦਾ ਠੰਡਾ ਪਾਣੀ ਨਹੀਂ ਪਹੁੰਚਦਾ ਹੈ। ਸਰਦੀਆਂ 'ਚ ਵਿਆਹ ਕਰਾਇਆ, ਥੱਲੇ ਆ ਕੇ ਨਹਾਉਣ ਲੱਗਣਾ, ਪਹਿਲਾਂ ਭਾਵੇਂ ਸਾਹਿਬ ਨਾਕਾ ਲੱਗਦਾ, 50 ਸਵਾਲ ਪੁੱਛਦੇ ਨੇ ਕਿ ਕਿਉਂ ਨਹਾਉਣ ਲੱਗੇ ਹੋ। ਫਿਰ ਅੱਛਾ
ਇਹ ਅਸਲ ਥੋੜਾ ਪਰਸਨਲ ਲੈ ਗਿਆ ਮੈਂ ਨਾ, ਨਾਕਾ ਪਾਣੀ ਕਿਉਂ ਨਾ ਲੱਗੇ। ਨਾਲੇ ਭਾਈ ਮੇਰੀ ਬੇਗਮ ਨੂੰ ਗਜਰੇ ਪਸੰਦ ਨੇ, ਕਦੇ ਉਹਦੇ ਵਾਸਤੇ 2 ਗਜਰੇ ਲਿਆਉਣੇ ਹੋਣ ਤੇ ਨਾਲ 8 ਕਿਲੋ ਮੈਨੂੰ ਫਰੂਟ ਲਿਆਉਣਾ ਪੈਂਦਾ ਹੈ ਕਿ ਮਾਂ ਪਿਓ ਆ ਤੁਹਾਡੇ ਵਾਸਤੇ 8 ਕਿਲੋ ਫਰੂਟ ਲੈ ਕੇ ਆਏ, ਨਾਲ 2 ਗਜਰੇ ਝੁੰਗੇ 'ਚ ਲੱਭੇ ਨੇ ਤਾਂ ਕਿ ਮੇਰੀ ਜਾਨ ਛੁੱਟੀ ਰਵੇ। ਤੇ ਸ਼ਾਦੀ ਦਾ ਐਕਸਪੀਰੀਅੰਸ ਇੰਝ ਹੀ ਹੈ ਜਿਵੇਂ ਰਸਗੁੱਲਾ ਮਿੱਠਾ ਸਮਝ ਕੇ ਤੂੰ ਮੂੰਹ 'ਚ ਪਾਇਆ ਹੈ ਲੇਕਿਨ ਉਹ ਸ਼ਦੀਦ ਗਰਮ ਹੈ। ਹੁਣ ਤੁਸੀਂ ਬਾਹਰ ਵੀ ਨਹੀਂ ਕੱਢ ਸਕਦੇ ਕਿ ਪ੍ਰਾਹੁਣੇ ਨੇ ਕਹਿਣਾ ਕਿੱਡਾ ਡੰਗਰ ਮੁੰਡਾ ਨੂੰ ਰਸਗੁੱਲਾ ਨਹੀਂ ਖਾਣਾ ਹੁੰਦਾ। ਅੱਛਾ ਯਾਰ ਮੈਨੂੰ ਇੱਕ ਚੀਜ਼ ਦਾ ਬਸ ਜਵਾਬ ਦੇਣਾ ਹੈ ਤੇ ਓਰੀਜਨਲ ਜਵਾਬ ਦੇਣਾ ਹੈ ਯਾਰ, ਵਾਇਰਲ ਹੋਣ ਦੇ ਕੀ ਤਰੀਕੇ? ਬਿਲਕੁਲ ਸੱਚ ਬੋਲਾਂਗਾ, ਝੂਠ ਨਹੀਂ ਬੋਲਾਂਗਾ, ਗੱਲ ਮੇ ਵੀ ਥੋੜੀ ਜਿਹੀ ਲੰਬੀ ਹੋਈ ਹੈ। ਵਾਇਰਲ ਹੋਣ ਦੀ 2-3 ਸਟੈਪਸ ਨੇ ਤੇ ਸਿੰਪਲ ਜਿਹੀ ਟ੍ਰਿਕ ਹੈ ਕਿ ਤੁਹਾਂ ਇਮਾਨਦਾਰ ਹੋਣਾ ਆਪਣੇ ਕੰਮ ਦੇ ਨਾਲ, ਆਪਣੇ ਕੰਮ ਨਾਲ ਤੁਹਾਂ ਮੁਖਲਸ ਹੋਣਾ ਹੈ, ਜਿਹੜਾ ਨਾ ਕੰਮ ਕੰਟੀਨਿਊਸ ਕਰਨਾ ਹੈ, ਵਿੱਚ ਨਾਗੇ ਨਹੀਂ ਕਰਨੇ ਹੈ, ਟੋਪੀ ਡਰਾਮੇ ਨਹੀਂ ਕਰਨੇ ਹੈ, ਸੀਰੀਅਸ ਰਹਿਣਾ ਆਪਣੇ ਕੰਮ ਨੂੰ ਰਹਿ ਕੇ। ਮੇਰੀ 300 ਤੇ 50 ਪਲੱਸ ਡੇਜ਼ ਦੀ ਸਟ੍ਰੀਕ ਹੀ, ਮਤਲਬ 350 ਦਿਨ ਲਗਾਤਾਰ ਮੈਂ ਵੀਡੀਓ ਪੋਸਟ ਕਰਦਾ ਰਿਹਾ, ਹਰ ਰੋਜ਼ ਨਵੀਂ ਓਰੀਜਨਲ ਵੀਡੀਓ ਲਿਖ ਕੇ ਬਣਾ ਕੇ ਐਡਿਟ ਕਰਕੇ ਮੈਂ ਪੋਸਟ ਕਰਦਾ ਰਿਹਾ। 350 ਦਿਨ? 350 ਦਿਨ ਮਜ਼ਾਕ ਨਹੀਂ ਹੁੰਦਾ ਹੈ, ਪਹਿਲੀ ਗੱਲ ਬੜੀ ਗੱਲ ਹੈ ਵੈਸੇ, ਬੜੀ ਗੱਲ ਹੈ ਭਾਈ। ਤੇ ਮੈਂ 8 ਸਾਲ ਹੋ ਗਏ ਨੇ ਵੀਡੀਓ ਬਣਾਉਣ ਡਿਆ ਵਾਂ। ਅੱਛਾ ਜੀ, ਬੜੀ ਮਿਹਨਤ ਕੀਤੀ ਹੈ, ਬੜੀ ਸਟਰਗਲ ਕੀਤੀ ਹੈ ਤੇ ਇਹ ਟ੍ਰਿਕ ਹੈ ਭਾਈ, ਲੱਗੇ ਰਹੋ, ਢੀਠ ਹੋਇਓ, ਜਿਹੜਾ ਕੰਮ ਕਰਨਾ ਉਹ ਦਿਲੋਂ ਕਰੋ ਤੇ ਕਰਦੇ ਰਹੋ, ਅੱਲਾ ਕਦੀ ਨਾ ਕਦੀ ਤੁਹਾਡਾ ਜਿਹੜਾ ਨਾ ਹੱਥ ਫੜ ਲੇਗਾ। ਸਿੰਪਲ ਜੀ ਟ੍ਰਿਕ, ਇਹਦੇ ਵਿੱਚ ਕੋਈ ਜਿਹੜਾ ਨਾ ਤੇ 8 ਸਾਲ ਯਾਰ ਤੁਹਾਨੂੰ ਹੋ ਗਏ ਨੇ ਵਾਇਰਲ, ਤੁਸੀਂ ਹੁਣ ਪੰਜਾਬੀ ਕੰਟੈਂਟ ਤੋਂ ਹੋਏ ਹੋ, ਪਹਿਲਾਂ ਕੀ ਕਰਦੇ ਹੋ? ਪਹਿਲਾਂ ਕਦੀ ਮੈਂ ਟਿਕਟੋਕ ਬਣਾ ਲਈ, ਉਹ ਨੱਚਣ ਟੱਪਣ ਵਾਲੀ ਗੇ ਵਾਲਾ ਕੰਮ ਕਰ ਲਿਆ। ਅੱਛਾ, ਕੋਈ ਜਿਹੜਾ ਰਿੰਗ ਲਾਈਟ ਲਾ ਕੇ ਦੇ ਹੇ ਉਹ ਨਹੀਂ ਚੱਸ ਵੱਜਦੀ ਆ। ਕੰਮ ਉਹ ਕਰੋ ਜਿਹੜਾ ਕੋਈ ਨਾ ਕਰਦਾ ਹੋਏ, ਤੇ ਕੰਮ ਉਹ ਕਰੋ ਜਿਹੜਾ ਕੋਈ ਕਰ ਵੀ ਨਾ ਸਕੇ। ਆਥੈਂਟਿਕ ਕੰਮ ਕਰੋ, ਪੱਕਾ ਓਰੀਜਨਲ, ਦਾਣਾ ਲਾਓ ਨਾ ਆਪਣੇ ਆਪ ਨੂੰ ਨਾ ਆਡੀਅנס ਨੂੰ। ਓਰੀਜਨਲ ਕੰਮ ਕਰੋ, ਯੂਨੀਕ ਚੀਜ਼ ਕਰੋ, ਵੇਖਿਓ ਤੁਸੀਂ ਵਾਇਰਲ ਹੁੰਦੇ ਹੋ ਕਿ ਨਹੀਂ ਹੁੰਦੇ ਆ। ਯਾਨੀ ਆਪਣੀ ਆਵਾਜ਼ 'ਚ ਸਾਨੂੰ ਵੀਡੀਓ ਬਣਾਉਣੀ ਚਾਹੀਦੀ, ਜ਼ਰੂਰੀ ਨਹੀਂ ਤੁਸੀਂ ਆਪਣੀ ਆਵਾਜ਼, ਯਾਰ ਕੁਛ ਵੀ ਮਤਲਬ ਕਰੋ ਯੂਨੀਕ ਹੋਏ ਕੋਈ। ਯੂਨੀਕ, ਕੋਈ ਵੀ ਐਸੀ ਚੀਜ਼ ਕਰੋ ਜਿਹੜੀ ਪਹਿਲਾਂ ਕੋਈ ਨਹੀਂ ਕਰ ਰਿਹਾ। ਅਗਰ ਕੋਈ ਕਰ ਵੀ ਰਿਹਾ ਤੇ ਤੁਹਾਡੇ ਨਾਲ ਦੀ ਕੋਈ ਨਹੀਂ ਕਰ ਰਿਹਾ, ਤੁਹਾਡੇ ਜਿੰਨਾ ਜਿਹੜਾ ਨਾ ਲੈਵਲ ਕਿਸੇ ਦਾ ਵੀ ਨਹੀਂ ਹੈ, ਇੰਦਾ ਕੋਈ ਸਟੈਂਡਰਡ ਜਿਹੜਾ ਨਾ ਸੈੱਟ ਕਰੋ, ਇਹੋ ਜਿਹੀ ਕੋਈ ਚੀਜ਼ ਬਣਾਓ। ਤੇ ਯਾਰ ਜਿਹੜੇ ਟਿਕਟੋਕਰ ਜਿਹੜੇ ਮਾਸਟਰ ਬਣੇ ਨੇ, ਇਹ ਟਿਕਟੋਕ ਤੋਂ ਹਾਈ ਕੁਆਲਿਟੀ ਔਨ ਕਰਦੇ ਹੋ, ਫਲਾਣਾ ਕਰਦੇ ਹੋ, 3 ਬੰਦੇ ਨੂੰ ਸ਼ੇਅਰ ਕਰਦੇ ਹੋ, ਇਹ ਲਿੰਕ ਕਾਪੀ ਕਰ ਲਿਓ, ਇਹ ਕੀ ਚੱਕਰ ਹੈ? ਕੋਈ ਹਿਸਾਬ ਕਿਤਾਬ ਨਹੀਂ? 2-3 ਬਟਨ ਹੁੰਦੇ ਨੇ, ਵਾਕਈ ਸਹੀ ਕਹਿਣ ਨੇ। ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦੇ ਮੂੰਹ ਵਾਲਾ ਬਟਨ ਬੰਦ ਕਰਨਾ, ਇਹਨਾਂ ਨੂੰ ਵੇਖਣਾ ਬੰਦ ਕਰਨਾ ਐਂਜੀ ਗੱਲ ਤੇ ਹੈ। ਆਪਣਾ ਮਿਹਨਤ ਵਾਲਾ ਬਟਨ, ਦਿਮਾਗ ਵਾਲਾ ਬਟਨ ਹੈ, ਦੋਵੇਂ ਔਨ ਕਰ ਲੈਣੇ ਨੇ। ਤੇ ਫਿਰ ਤੁਸੀਂ ਉਹੀ ਗੱਲ ਹੈ ਕਿ ਤੁਸੀਂ ਲੱਗਿਆ ਰਹਿਣਾ। ਮਤਲਬ ਗੱਲ ਸਾਰੀ ਉਹੀ ਹੈ ਕਿ ਲੱਗੇ ਰਹੋ, ਕੰਸਿਸਟੈਂਟ ਰਹੋ। ਕੰਸਿਸਟੈਂਸੀ ਤੇ ਮਿਹਨਤ ਤੇ ਇਮਾਨਦਾਰੀ, ਤੁਹਾਡੀ ਨੇਕ ਨੀਤੀ, ਇਹ 2-3 ਚੀਜ਼ਾਂ ਜਿਹਨਾਂ ਦਾ ਹੋ ਕੇ ਖੜਨਾ ਹੈ। ਬਟਨ ਦਬਾਉਣ ਦਾ ਕੁਝ ਨਹੀਂ ਹੋਣਾ ਹੈ। ਓਕੇ ਹੋ ਗਿਆ। ਚਲੋ ਯਾਰ ਇਹ ਤੇ ਗੱਲਾਂ ਰਹਿ ਗਈਆਂ, ਇੱਕ ਪਰਸਨਲ ਸਵਾਲ ਹੈ ਥੋੜਾ ਜਿਹਾ ਯਾਰ, ਲਵ ਮੈਰਿਜ ਕੀਤੀ ਹੈ ਤੁਸੀਂ ਜਾਂ ਅਰੇਂਜ ਮੈਰਿਜ? ਤੁਸੀਂ ਦੱਸਿਆ ਨਹੀਂ, ਉਹ ਆਮ ਨੂੰ ਥੋੜਾ ਕਨਫਿਊਜ਼ ਰੱਖਿਆ ਹੋਇਆ। ਮੈਂ ਭਾਈ ਲਵ ਮੈਰਿਜ ਆਪਣਾ ਪ੍ਰੋਪਰ 8 ਸਾਲ ਜਿਹੜਾ ਨਾ ਰਿਲੇਸ਼ਨ ਚੱਲਿਆ ਹੈ। ਫਿਰ ਧੱਕੇ ਟੁੱਡੇ, ਚਪੇੜਾ ਮੁੱਕੇ ਟੁੱਡੇ, ਥੁੱਕਾਂ ਗਾਲਾਂ, ਬੜਾ ਕੁਝ ਚੱਲਿਆ ਇਹਦੇ ਵਿੱਚ। ਉਸ ਤੋਂ ਬਾਅਦ ਆਪਣਾ ਜਿਹੜਾ ਨਾ ਵਿਆਹ। ਅੱਛਾ, ਇਹ ਵੀ ਸਟੇਜ ਹੋਈ ਸੀ ਕਿ ਮਾਪਿਓ ਕਹਿ ਰਹੇ ਸੀ ਕਿ ਅਸੀਂ ਨਹੀਂ ਕਰਾਉਣਾ ਇੱਥੇ? ਆਹੋ, ਮਾਂ ਪਿਓ ਕਹਿਣਾ ਕਿ ਕਿਉਂ ਕਿਸੇ ਦਾ ਘਰ ਜਾੜਨਾ, ਤੂੰ ਤੇ ਵਿਆਹ ਜੋਗਾ ਨਹੀਂ, ਮਤਲਬ ਤੇਰੀ ਸ਼ਕਲ ਹੀ ਨਹੀਂ ਹੈ ਕਿ ਤੇਰਾ ਵਿਆਹ ਹੈ, ਤੂੰ ਜਿਹੜਾ ਨਾ ਕੋਨ ਜੀ ਗੁਜ਼ਾਰਾ ਮਜ਼ਾਰਾ ਕਰ ਲੈ। ਤੇ ਮੈਂ ਫਿਰ ਥੱਲੇ ਤੁਰਲੇ ਪਾ ਕੇ ਤੱਕ ਪਹੁੰਚੀ ਗੱਲ। ਅੱਛਾ, ਤੇ ਯਾਰ ਹੁਣ ਤੇ ਤੁਹਾਡਾ ਚਲੋ ਚਾਹੇ ਥੋੜਾ ਹੀ ਐਕਸਪੀਰੀਅੰਸ ਹੈ, ਲੇਕਿਨ ਇਹ ਦੱਸੋ ਕਿ ਲਵ ਮੈਰਿਜ ਜਾਂ ਅਰੇਂਜ ਮੈਰਿਜ ਕਿਹਦੇ ਹੱਕ 'ਚ ਹੋ? ਯਾਰ ਸਭ ਤੋਂ ਪਹਿਲਾਂ ਤੇ ਵਿਆਹ ਕਰ ਲੈਣਾ ਚਾਹੀਦਾ 20-21 ਸਾਲ ਦੇ ਹੁੰਦੇ। ਬੜਾ ਅੱਛਾ ਐਕਸਪੀਰੀਅੰਸ, ਬੜਾ ਮਤਲਬ 4 ਸਾਲ ਦੀ ਜ਼ਿੰਦਗੀ ਹੈ, ਗਲਤ ਮਤਲਬ ਤੋਂ ਇਲਾਵਾ ਹੋਵੇ, ਬੜਾ ਮਜ਼ਾ ਆਉਂਦਾ ਹੈ। ਇੱਕ ਹਲਾਲ ਚੀਜ਼, ਇੱਕ ਹਲਾਲ ਰਿਸ਼ਤਾ, ਕਿਸੇ ਦੀ ਤੁਹਾਨੂੰ ਹਲਾਲ ਸਪੋਰਟ ਹੈ ਹਰ ਕੰਮ ਦੇ ਵਿੱਚ। ਤੇ ਲਵ ਮੈਰਿਜ ਆਪਣੀ ਹੋਈ ਹੈ ਤੇ ਇਹ ਤੇ ਅੱਛਾ ਐਕਸਪੀਰੀਅੰਸ ਹੈ। ਹੁਣ ਕੋਈ ਇੱਕ ਅਰੇਂਜ ਮੈਰਿਜ ਕਰਾਂਗੇ, ਉਹ ਵੀ ਤੁਹਾਨੂੰ ਦੱਸਾਂਗੇ, ਦੋ ਕਰਨੀ ਹੈ ਨਾ ਤੇ ਕਰ ਲਾਂਗੇ। ਮੈਨੂੰ ਲੱਗਦਾ ਤੁਸੀਂ ਜਿਹੜਾ ਹੈ ਨਾ ਮੌਲਾਨਾ ਤਾਰਕ ਮਸੂਦ ਦੇ ਜਿਹੜਾ ਹੈ ਨਾ ਵੀਡੀਓ ਤਾਰਕ ਮਸੂਦ ਆਹੋ ਸ਼ਗੀਰ ਤੇ ਮੇਰਾ ਹੋਵੇ, ਉਹਨੇ ਮੈਂ ਹੀ ਦੱਸਿਆ ਇਹਨੂੰ ਕਿ ਵਿਆਹ ਬਹੁਤੇ ਕਰਨੇ ਚਾਹੀਦੇ, ਮਜ਼ਾ ਆਉਂਦਾ। ਅੱਛਾ, ਉਹਨੇ ਤੇ 4 ਪੂਰੀਆਂ ਕਰ ਲਈਆਂ। ਮੈਂ 8 ਕਰਕੇ 4 ਮਾਰੇ। ਨਹੀਂ, ਇਸਲਾਮ ਦੇ ਵਿੱਚ 4 ਹੀ ਜੇ ਫਿਲਹਾਲ। ਨਹੀਂ ਤੇ ਜਦੋਂ ਇੱਕ ਕਰਾਂਗਾ ਪਿੱਛੋਂ ਇੱਕ ਡਿਲੀਟ ਕਰ ਦਿਆਂ। ਓਹ ਮਾਸ਼ਾਅੱਲਾ, ਸਮਝ ਇਹ ਤੇ ਯਾਰ ਗਲਤ ਨਹੀਂ ਹੋ ਜਾਏਗਾ ਥੋੜਾ ਜਿਹਾ? ਹੋ ਵੀ ਜਾਏਗਾ, ਲੇਕਿਨ ਮੈਨੂੰ ਤੇ ਮਜ਼ਾ ਆਏਗਾ ਨਾ, ਗਲਤ ਕੰਮਾਂ 'ਚ ਕਈ ਵਾਰੀ ਮਜ਼ਾ ਵੀ ਆਉਂਦਾ। ਯਾਰ ਹੁਣ ਤੇ ਤੁਸੀਂ ਕਹਿ ਰਹੇ ਹੋ ਕਿ ਗਲਤ ਕੰਮ ਨਹੀਂ ਕਰਦੇ ਆ। ਮੈਂ ਕਰ ਲਾਂ ਤੇ ਫਿਰ ਖੈਰ ਹੀ। ਉਹ ਅੱਛਾ, ਜਿਵੇਂ ਤੁਸੀਂ ਗਾਮ ਹੋ ਤੋਂ ਗਾਮ ਮੇਰਾ ਚੱਲਦਾ। ਓਕੇ। ਅੱਛਾ ਯਾਰ ਹੁਣ ਇਹ ਦੱਸੋ ਕਿ ਜਦੋਂ ਤੁਸੀਂ ਵਾਇਰਲ ਹੋਏ ਹੋ ਤੇ ਘਰ ਵਾਲਿਆਂ ਦਾ ਕੀ ਰਿਐਕਸ਼ਨ ਸੀ, ਮਾਪਿਓ, ਪਿੰਡ ਵਾਲੇ, ਕੀ ਕੋਈ ਚੇਂਜ ਹੋਇਆ ਜਾਂ ਉਂਝ ਹੀ ਸਭ ਕੁਝ? ਘਰ ਦੇ ਕਹਿੰਦੇ ਹਨ ਕਿ ਪਹਿਲਾਂ ਘਰੋਂ ਘਰ ਕੰਜਰ ਹੀ, ਹੁਣ ਸਾਰਿਆਂ ਨੂੰ ਕੰਜਰਖਾਨਾ ਮਾਰਦਾ, ਪੂਰੀ ਦੁਨੀਆ ਨੂੰ ਪਤਾ ਕਿ ਇਹਨਾਂ ਦਾ ਮੁੰਡਾ ਕੰਜਰ ਹੈ। ਉਹ ਨਹੀਂ ਮੰਨਦੇ ਆ, ਉਹ ਕਹਿੰਦੇ ਕੰਜਰ ਹੈ ਤੂੰ। ਯਾਨੀ ਤੁਸੀਂ ਇਸ ਤਰ੍ਹਾਂ ਦੀ ਹਰਕਤਾਂ ਘਰ ਦੇ ਵਿੱਚ ਪਹਿਲਾਂ ਵੀ ਕਰਦੇ ਹੋ? ਘਰ 'ਚ ਮੈਂ ਬਾਈ ਬਚਪਨ ਤੋਂ ਸ਼ੂਗਰ ਲਾਇਆ, ਸਮਝਦੇ ਹੋ। ਮੈਂ ਪੈਦਾ ਹੁੰਦਾ ਹੀ ਮੇਰੇ ਅੱਬੇ ਨਾਲ ਸ਼ੂਗਰ ਲੱਗ ਗਿਆ, ਕੀ ਪੈਦਾ ਹੋ ਗਿਆ ਸਮਝਦੇ। ਤੇ ਫਿਰ
ਨਹੀਂ ਇਹ ਤੇ ਹੈ ਵਾਕਈ, ਕਿਉਂਕਿ ਇਹ ਤੁਹਾਡਾ ਨਾ ਨੈਚੁਰਲ ਟੈਲੈਂਟ ਲੱਗਦਾ ਹੈ ਕਿ ਯਾਰ ਲੱਗਦਾ ਹੈ ਪਤਾ ਬੰਦਾ ਜਿਹੜਾ ਹੈ ਨਾ ਦਿਲੋਂ ਕਹਿ ਰਿਹਾ। ਅੱਛਾ, ਜਿਹੜੀ ਹੁਣ ਤੁਸੀਂ ਸਟੋਰੀਆਂ ਦੱਸਦੇ ਹੋ ਉਹ ਬਣੀ ਬਣਾਈ ਹੁੰਦੀਆਂ ਨੇ ਜਾਂ ਫਿਰ ਜਿਹੜਾ ਹੈ ਨਾ ਉਹ ਤੁਹਾਡੀ ਆਪ ਬੀਤੀ ਰੀਅਲ ਲਾਈਫ ਹੈ, ਕੀ ਚੱਕਰ ਹੈ? ਯਾਰ ਆਪ ਬੀਤੀ ਹੁੰਦੀ ਹੈ, ਲੇਕਿਨ ਜ਼ਿਆਦਾਤਰ ਕੰਟੈਂਟ ਕ੍ਰੀਏਟਰ ਜਿਹੜੇ ਹੁੰਦੇ ਨੇ ਇਸ ਚੀਜ਼ ਨੂੰ ਕ੍ਰੀਏਟ ਕਰਦੇ ਨੇ, ਉਹਨੂੰ ਲਿਖਦੇ ਨੇ, ਓਕੇ ਇਮੇਜਿਨੇਸ਼ਨ ਜੋ ਇੱਕ ਅਲੱਗਾ ਜਿਹੜਾ ਨਾ ਯੂਨੀਵਰਸ ਹੁੰਦਾ ਜਿੱਥੇ ਬੰਦਾ ਪਹੁੰਚ ਜਾਂਦਾ ਜਦੋਂ ਇੱਕ ਹੂੰ ਕੰਟੈਂਟ ਕ੍ਰੀਏਟ ਕਰਦਾ ਬੰਦਾ, ਉਹਨੂੰ ਕਹਿੰਦੇ ਨੇ ਕਿ ਫ੍ਰਿਕਸ਼ਨ ਰਾਈਟਿੰਗ, ਇੱਕ ਬੰਦਾ ਫ੍ਰਿਕਸ਼ਨ ਤੋੜ ਜਾਂਦਾ, ਇੱਕ ਚੀਜ਼ ਜਿਹੜੀ ਹੈ ਨਹੀਂ Friction। ਲੇਕਿਨ ਉਹਨੂੰ ਇੱਕ ਤੂੰ ਆਪ ਕ੍ਰੀਏਟ ਕੀਤਾ ਆਪਣੇ ਤੌਰ ਤੇ, ਫਿਰ ਤੂੰ ਆਪ ਹੀ ਡਿਲੀਵਰ ਕੀਤਾ, ਉਹਨੂੰ ਮਜ਼ੇ ਦਾ ਬਣਾਇਆ ਤੇ ਉਹ ਇੰਜ ਹੀ ਮਸਾਲਾ ਮਸੂਲਾ ਲਾ ਕੇ। ਮੈਂ ਉਹੀ ਕਹਿ ਰਿਹਾ ਨਾ, ਅਕਸਰ ਤੁਹਾਡੀ ਵੀਡੀਓ ਵੇਖੀਏ ਨਾ ਵਿੱਚ ਪੂਰੀ ਸਟੋਰੀ ਹੁੰਦੀ ਹੈ ਤੇ ਮੈਂ ਕਿਹਾ ਆਵਾਮ ਇੰਜ ਨਾ ਸਮਝ ਲਿਆ ਅਸਲ 'ਚ ਹੋਇਆ ਹੈ ਤੇ ਇੰਜ ਕਰਨ ਹੀ ਨਾ ਲੱਗ ਪਏ ਨਾ, ਤੇ ਉਹ ਹਿਸਾਬ ਨਾਲ ਦੱਸ ਦਿਓ ਕਿ ਭਈ ਇਹ ਕੰਟੈਂਟ ਕ੍ਰੀਏਸ਼ਨ ਹੈ। ਭਾਈ ਇਹ ਸਾਰਾ ਕੰਟੈਂਟ ਹੈ, ਕਾਪੀ ਪੈਨਸਲ ਹੈ, ਦਿਮਾਗ ਹੈ, ਇਹਦੇ ਨਾਲ ਮੈਂ ਜੋ ਮਰਜ਼ੀ ਸੋਚਣਾ, ਜੋ ਮਰਜ਼ੀ ਬਣਾਉਣਾ, ਜੋ ਮਰਜ਼ੀ ਕਹਿ ਦੇਣਾ। ਤੇ ਅੱਧੇ ਬੰਦੇ ਸੱਚ ਸਮਝਦੇ ਨੇ, ਮੈਨੂੰ ਕਹਿੰਦੇ ਤੂੰ ਆਪਣੇ ਮਾਮਿਆਂ ਨੂੰ ਜਿਹੜਾ ਨਾ ਕਹਿਣਾ ਕਿ ਮਾਮੇ ਰਿਸ਼ਤਾ ਆਹੋ, ਹਿੱਸਾ ਨਹੀਂ ਦਿੰਦੇ, ਇਹ ਉਹ ਮਾਮੇ ਦਾ ਹਿੱਸਾ ਦੇ ਅੜੇ, ਇਹ ਸਿਰਫ ਸ਼ੁਗਰ ਹੈ ਉਹਨਾਂ ਓਏ ਦੀ ਇਹ ਵੀਡੀਓ ਹੈ ਜਿਨ੍ਹਾਂ ਨਾਲੇ ਇਹ ਗੱਲ ਓਰੀਜਨਲ ਹੁੰਦੀ ਤੇ ਦੂਸਰੇ ਦਿਨ ਤੂੰ ਮਾਮੇ ਵੱਲ ਗਿਆ ਹੈ ਤੇ ਜ਼ਾਹਰੇ ਉਹਨਾਂ ਵੜਨ ਤੇ ਨਹੀਂ ਦੰਦੇ ਨਾ। ਨਹੀਂ ਨਹੀਂ ਮਾਮੇ ਚੰਗੇ ਨੇ ਭਾਈ, ਮੇਰੇ ਚੰਗੇ ਨੇ, ਇਹ ਵੀਡੀਓ ਉਹਨਾਂ ਸੇ ਜਿਨ੍ਹਾਂ ਦੇ ਨਹੀਂ ਚੰਗੇ ਉਹਨਾਂ ਨੂੰ ਵੀਡੀਓ ਸੈਂਡ ਕਰ ਲੈਣ, ਉਹਨਾਂ ਦਾ ਨਿਜ਼ਾਮ ਚਲੇ ਰਿਲੇਟ ਕਰ ਲੈਣ, ਮੇਰੇ ਚੰਗੇ ਨੇ ਮਾਮੇ। ਯਾਨੀ ਤੂੰ ਹੀ ਆਪਣਾ ਸਾਰਾ ਹਿਸਾਬ ਤਾਂ ਓਕੇ ਰੱਖਿਆ ਹੋਇਆ। ਮੇਰਾ ਹਿਸਾਬ ਤਾਂ ਸਿੱਧਾ ਚਾਚੇ ਮਾਮੇ ਪੁੱਪੀਆਂ ਮੇਰੇ ਸਾਰੇ ਰਿਸ਼ਤੇਦਾਰ ਸਿੱਧੇ ਨੇ ਗਾਮੋਂ ਤੋਂ ਡਿੰਗੇ ਹੋਣਗੇ ਤਾਂ ਵਾਪਸ ਸਿੱਧਾ ਕਰ ਲਾਂਗਾ, ਮੈਂ ਡਿੰਗਾ ਵਾ ਖਾਂਦਾ ਜੇ ਇੱਕ ਹੀ ਡਿੰਗਾ ਬੰਦਾ ਮੈਂ ਵਾਂ, ਮੇਰੇ ਮੋਢੇ ਵੀ ਡਿੰਗੇ ਨੇ ਉੱਚੇ ਨਹੀਂ ਮੈਂ। ਅੱਛਾ ਯਾਰ, ਤੁਸੀਂ ਜਿਹੜਾ ਹੈ ਨਾ ਵੀਡੀਓ ਜਦੋਂ ਬਣਾਉਣੀ ਸ਼ੁਰੂ ਕੀਤੀ, ਪਹਿਲੀ ਵੀਡੀਓ ਕਿਹੜੀ ਵਾਇਰਲ ਹੋਈ ਤੇ ਉਹ ਚ ਕੀ ਸੀ? ਪਹਿਲੀ ਵੀਡੀਓ ਭਾਈ ਐਵੇਂ ਰੈਂਡਮ, ਮੈਂ ਗੱਡੀ ਦੇ ਵਿੱਚ ਬੈਠਾ ਤੇ ਮੈਂ ਵੀ ਕੈਮਰਾ ਖੋਲਿਆ, ਮੈਂ ਕਿਹਾ ਸਾਡੇ ਪਾਕਿਸਤਾਨੀ ਡਰਾਈਵਰ ਨੇ ਬਿਸਮਿਲ੍ਲਾ ਪੜ੍ਹ ਕੇ ਗੱਡੀ ਸਟਾਰਟ ਕਰਦੇ ਨੇ ਤੇ ਨਾਲ ਹੀ ਕਹਿੰਦੇ ਲਾਓ ਜੀ ਮੁਜਰਾ, ਤੇ ਉਹ ਐ ਹੀ ਪਹਿਲੀ ਵੀਡੀਓ ਵਾਹ ਵਾਇਰਲ ਹੋਈ। ਫਿਰ ਉਸ ਤੋਂ ਬਾਅਦ ਸਲੋਲੀ ਨਿਜ਼ਾਮ ਟੁਰ ਪਿਆ। ਸਹੀ ਹੋ। ਅੱਛਾ, ਤੁਹਾਨੂੰ ਮਤਲਬ ਕਿਦੋਂ ਪਤਾ ਲੱਗਿਆ ਕਿ ਯਾਰ ਮੇਰੀ ਇਹ ਲਾਈਨ ਹੈ, ਮੈਂ ਇਸ ਤਰ੍ਹਾਂ ਦਾ ਕੰਟੈਂਟ ਬਣਾਉਣਾ ਹੈ? ਮੈਨੂੰ ਭਾਈ ਹਲੇ ਤੱਕ ਨਹੀਂ ਪਤਾ ਲੱਗਾ ਮੇਰੀ ਲਾਈਨ ਕਿਹੜੀ, ਲੇਕਿਨ ਮੈਨੂੰ ਇਹ ਸੀ ਕਿ ਮੈਂ ਕੰਮ ਕੋਈ ਨਹੀਂ ਕਰ ਸਕਦਾ, ਗੱਲਾਂ ਬਣਾ ਸਕਦਾ, ਤੇ ਮੈਂ ਫਿਰ ਹਿਸਾਬ ਲਾ ਲਿਆ ਕਿ ਗੱਲਾਂ ਹੀ ਬਣਾਈ ਜਾਓ, ਸਹੀ ਬਣ ਰਹੀਆਂ ਨੇ। ਮੇਰੀ ਗੱਲ ਨੂੰ ਅੱਛਾ, ਤੁਹਾਡੀ ਤੇ ਯਾਰ ਲਵ ਮੈਰਿਜ ਹੋਈ ਏ ਤੇ ਮੈਂ ਬੜੇ ਤੁਹਾਡੀ ਵੀਡੀਓ ਥੱਲੇ ਕਮੈਂਟ ਪੜਨਾ ਵਾ ਕਿ ਯਾਰ ਉਮੈਰ ਆਈ ਲਵ ਯੂ ਜਾਂ ਉਮੈਰ ਗੱਲਬਾਤ ਕਰ ਲੋ, ਤੇ ਬੈਕਅਪ ਤੇ ਕੀ ਹਿਸਾਬ ਦਾ? ਬੈਕਅਪ ਹੈ ਇਹ ਨਾ, ਹੁਣ ਜਿੰਨੀ ਦੇਰ ਪਾਕਿਸਤਾਨ ਰਹੇ ਆ ਬੇਗਮ ਨਾਲ ਪਿਆਰ ਕੀਤਾ, ਹੁਣ ਬਾਹਰ ਹੋ ਜਾਵਾਂਗੇ ਤੇ ਸਾਰਿਆਂ ਨਾਲ ਥੋੜਾ ਥੋੜਾ ਪਿਆਰ ਕਰਾਂਗੇ, ਪਿਆਰ ਵੀ ਕੋਈ ਵੰਡਣਾ ਚਾਹੀਦਾ, ਸਮਝ ਮੇਰੀ ਗੱਲ ਨੂੰ। ਜਿਨ੍ਹਾਂ ਦੇ ਮੈਸੇਜ ਆਏ ਨੇ ਤੁਸੀਂ ਟੈਨਸ਼ਨ ਨਹੀਂ ਲੈਣੀ, ਮੈਂ ਇੱਥੇ ਤੇ ਬੇਗਮ ਹੈ ਨਾ ਨਾਲ, ਮੋਬਾਈਲ ਨਹੀਂ ਖੋਲ ਸਕਦਾ, ਜਾ ਕੇ ਮੋਬਾਈਲ ਖੁੱਲੇਗਾ, ਸਾਰੇ ਕਮੈਂਟ ਡੀਐਮ ਸਾਰੇ, ਥੋੜਾ ਥੋੜਾ ਪਿਆਰ ਸਭ ਨੂੰ ਮਿਲੇਗਾ, ਤੂੰ ਆ ਜਿਹੜਾ ਨਾ ਹਿੰਮਤ ਨਹੀਂ ਹਾਰਨੀ ਆ। ਇਹ ਗੱਲ ਜਿਹੜੀ ਹੈ ਨਾ ਮੈਂ ਤੁਹਾਡੀ ਬੇਗਮ ਦੇ ਕੋਲ ਲਾਜ਼ਮੀ ਪਹੁੰਚਾਣੀ ਜੇ, ਫੇਰ ਬੇਗਮ ਨਾ ਕਿਹਾ ਜੇ। ਬੇਗਮ ਨੂੰ ਪਹੁੰਚਾ ਦੇ, ਉਹਨੂੰ ਪਤਾ ਮੈਂ ਝੂਠਾ, ਉਹਨੂੰ ਕਹਾਂਗਾ ਇਹ ਵੀ ਝੂਠ ਹੈ, ਲੇਕਿਨ ਇਹ ਸੱਚ ਤੂੰ ਇੱਥੇ ਰਹਿਣਾ, ਸਮਝਦੇ ਮੇਰੀ ਗੱਲ ਨੂੰ। ਠੀਕ ਹੋ। ਅੱਛਾ ਯਾਰ, ਚਲੋ ਹੁਣ ਜਿਹੜਾ ਹੈ ਨਾ ਆਖਰੀ ਗੱਲ ਇਹ ਬਸ ਮੁੱਕ ਚੱਲਿਆ, ਆਖਰੀ ਗੱਲ ਹੈ ਵੇ ਕਿ ਤੁਸੀਂ ਹੁਣ ਅੱਗੋਂ ਕੀ ਕਰਨਾ ਚਾਹ ਰਹੇ ਹੋ, ਅੱਗੋਂ ਤੁਹਾਡੇ ਕੀ ਗੋਲ ਨੇ? ਯਾਰ ਮੇਰੇ ਗੋਲ ਨਹੀਂ ਹੈ, ਮੇਰੇ ਲੰਬੇ ਨੇ ਅਸਲ ਵਿੱਚ। ਬਈ ਮੈਂ ਪੁੱਛਣਾ ਚਾਹ ਰਿਹਾ ਵਾਂ ਅੱਗੋਂ ਤੁਸੀਂ ਕਿੱਥੇ ਜਾਣਾ ਹੈ, ਮਤਲਬ ਸਮਝ ਨਹੀਂ ਰਹੇ, ਅੱਗੋਂ ਮਤਲਬ ਮੈਂ ਅੱਗੋਂ ਕਰਨਾ ਕੀ? ਦੱਸ ਨਾ, ਅੱਗੋਂ ਇੱਥੋਂ ਉੱਠਣਾ ਹੈ, ਘਰ ਜਾਂਦੇ ਦਹੀਂ ਲੈ ਕੇ ਜਾਣਾ। ਮੈਂ ਯਾਰ ਓਨੈਸਟਲੀ ਸਪੀਕਿੰਗ ਮੈਂ ਇੱਕ ਅੱਛਾ ਸਟੈਂਡ ਅਪ ਕਾਮੇਡੀਅਨ ਬਣਨਾ ਚਾਹਨਾ। ਓਕੇ, ਮੈਂ ਚੀਜ਼ ਨੂੰ, ਇਹ ਕਲਚਰ ਨੂੰ ਜਿਹੜਾ ਮੈਂ ਪਾਕਿਸਤਾਨ 'ਚ ਲਿਆਉਣਾ ਚਾਹਨਾ, ਹੈ ਵੀ ਨਹੀਂ ਹੈ ਆਈ ਡੋਂਟ ਨੋ, ਬਟ ਮੈਂ ਚਾਹਨਾ ਕਿ ਯਾਰ ਇੱਕ ਅੱਛਾ ਸਟੈਂਡ ਅਪ ਕਾਮੇਡੀਅਨ ਬਣਾ, ਓਕੇ ਇੱਕ ਅੱਛਾ ਸਟੋਰੀ ਟੈਲਰ ਬਣਾ, ਮੇਰੀ ਵਜ੍ਹਾ ਤੋਂ ਲੋਕ ਹੱਸਣ ਵੀ ਤੇ ਮੇਰੇ ਨਾਲ ਰਿਲੇਟ ਵੀ ਕਰਨ ਤੇ ਉਹਨਾਂ ਦੀ ਸਲਾਹ ਵੀ ਹੋਏ ਇੱਕ ਅੱਛੇ ਤਰੀਕੇ ਨਾਲ, ਇੱਕ ਅੱਛੇ ਰਾਸਤੇ ਤੇ ਚੱਲ ਕੇ, ਤੇ ਇਹ ਹੀ ਮੈਂ ਚਾਹਨਾ, ਬਾਕੀ ਜੋ ਅੱਲਾ ਕਰੇ ਇਨਸ਼ਾਅੱਲਾ। ਤੇ ਯਾਰ ਤੁਸੀਂ ਸਾਡੀ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋ? ਆਡੀਅנס ਵਾਸਤੇ ਇਹ ਮੈਸੇਜ ਹੈ ਕਿ ਆਪਣੇ ਮਾਪਿਓ ਦੀ ਇੱਜ਼ਤ ਇਤਰਾਮ ਕਰੋ ਤੇ ਆਪਣੇ ਕੰਮ ਨਾਲ ਇਮਾਨਦਾਰ ਰਹੋ, ਕੋਸ਼ਿਸ਼, ਇਮਾਨਦਾਰੀ, ਮਿਹਨਤ, ਕੰਸਿਸਟੈਂਸੀ, ਇਹ 3-4 ਚੀਜ਼ਾਂ ਫਾਲੋ ਕਰੋ ਤੇ ਅੱਲਾ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਅੱਲਾ ਲੈ ਜਾਏਗਾ। ਅਸਲਾਮ ਵਾਲੇਕੁਮ।